Hello everybody, myself Assistant Professor Harpreet Kaur from Krishna College of Higher Education, Lilly Bullada. Welcome back to Computer Network course, and our today's topic is TCP/IP reference model. If we talk about TCP/IP, then TCP stands for Transmission Control Protocol and IP stands for Internet Protocol. This model was initially used by ARPANET, means Advanced Research Project Agency Network, and this model is sponsored by US Department of Defense. Later on, when satellite and radio networks were also added to ARPANET, then this is seen that existing protocols were not able to handle such a network. So therefore, a new reference model called TCP/IP reference model was introduced. ਅਗਰ ਆਪਾਂ ਗੱਲ ਕਰੀਏ TCP/IP ਦੀ, ਤਾਂ ਜਦੋਂ ਆਪਾਂ ਦੋ ਡਿਵਾਈਸਿਸ ਨੂੰ ਇੰਟਰਨੈਟ ਦੀ ਮਦਦ ਦੇ ਨਾਲ ਕਮਿਊਨੀਕੇਟ ਕਰਵਾਉਣਾ ਹੁੰਦਾ ਹੈਗਾ, ਦੋ ਡਿਵਾਈਸਿਸ ਨੂੰ ਇੰਟਰਨੈਟ ਦੀ ਮਦਦ ਦੇ ਨਾਲ ਕਮਿਊਨੀਕੇਟ ਕਰਵਾਉਣ ਦੇ ਲਈ ਜਿਹੜਾ ਹੈਗਾ TCP/IP ਮੋਡਲ ਜੋ ਹੈਗਾ ਸਾਡੀ ਹੈਲਪ ਕਰਦਾ ਹੈਗਾ। ਇਹ ਮੇਨਲੀ ਜਿਹੜਾ ਹੈਗਾ ਮਿਲਟਰੀ ਨੈਟਵਰਕ ਵਾਸਤੇ ਇਸ ਨੂੰ ਕ੍ਰੀਏਟ ਕੀਤਾ ਗਿਆ ਸੀਗਾ। ਇਸ ਮੋਡਲ ਦੀਆਂ ਅਗਰ ਆਪਾਂ ਲੇਅਰਸ ਦੀ ਗੱਲ ਕਰੀਏ ਤਾਂ ਇਸ ਮੋਡਲ ਦੀਆਂ ਆਪਣੇ ਕੋਲ ਕੁਛ ਬੁੱਕਸ ਦੇ ਵਿੱਚ ਤਾਂ 4 ਲੇਅਰਸ ਦੇਖਣ ਨੂੰ ਮਿਲ ਰਹੀਆਂ ਨੇ ਅਤੇ ਕੁਛ ਬੁੱਕਸ ਦੇ ਵਿੱਚ ਤੁਹਾਨੂੰ 5 ਲੇਅਰਸ ਦੇਖਣ ਨੂੰ ਮਿਲ ਰਹੀਆਂ ਨੇ। ਕਹਿੰਦੇ ਜਦੋਂ ਇਸ ਮੋਡਲ ਨੂੰ ਤਿਆਰ ਕੀਤਾ ਗਿਆ ਸੀਗਾ ਤਾਂ ਇਹਦੀ ਡਾਕੂਮੈਂਟੇਸ਼ਨ ਥੋੜ੍ਹੀ ਪ੍ਰੋਪਰ ਨਹੀਂ ਸੀ ਹੈਗੀ, ਤਾਂ ਕਰਕੇ ਵੀ ਅਲੱਗ-ਅਲੱਗ ਰਾਈਟਰਸ ਨੇ ਇਹਦੀਆਂ ਅਲੱਗ-ਅਲੱਗ ਜੋ ਲੇਅਰਸ ਹੈ ਉਹ ਦੱਸੀਆਂ ਹੈਗੀਆਂ ਨੇ। ਕੁਛ ਦੇ ਵਿੱਚ ਜਿਵੇਂ ਮੇਨ ਰੈਫਰੈਂਸ ਬੁੱਕਸ, ਜਿਵੇਂ ਆਪਣੇ ਕੋਲ ਮੇਨ ਬੁੱਕਸ ਹੈਗੀਆਂ, ਜਿਵੇਂ ਟੈਨਨਬੌਮ ਦੀ ਬੁੱਕ ਕਹਿ ਲਓ ਜਾਂ ਫਰੋਜ਼ਨ ਦੀ ਬੁੱਕ ਕਹਿ ਲਓ, ਉਹਨਾਂ ਦੇ ਵਿੱਚ ਵੀ ਇਹ ਡਿਫਰੈਂਸ ਦੇਖਣ ਨੂੰ ਮਿਲ ਰਿਹਾ ਕਿ ਇੱਕ ਦੇ ਵਿੱਚ 4 ਲੇਅਰਸ ਡਿਫਾਈਨ ਕੀਤੀਆਂ ਗਈਆਂ ਨੇ ਅਤੇ ਇੱਕ ਦੇ ਵਿੱਚ 5 ਲੇਅਰਸ ਡਿਫਾਈਨ ਕੀਤੀਆਂ ਗਈਆਂ ਨੇ। ਅਗਰ ਆਪਾਂ ਗੱਲ ਕਰੀਏ ਇਹਨਾਂ ਦੀ ਲੇਅਰਸ ਅਤੇ ਨੇਮਸ ਦੀ, ਤਾਂ ਨੇਮਸ ਦੇ ਵਿੱਚ ਵੀ ਥੋੜ੍ਹਾ ਜਿਹਾ ਡਿਫਰੈਂਸ ਦੇਖਣ ਨੂੰ ਕਦੀ ਮਿਲ ਜਾਂਦਾ ਹੈਗਾ। ਸੋ ਆਪਾਂ ਸਭ ਤੋਂ ਪਹਿਲੀ ਲੇਅਰ ਦੀ ਗੱਲ ਕਰੀਏ ਅਗਰ TCP/IP ਰੈਫਰੈਂਸ ਮਾਡਲ ਦੀ, ਤਾਂ ਸਭ ਤੋਂ ਬੋਟਮ ਵਾਲੀ ਲੇਅਰ ਅਤੇ ਲੇਅਰ ਨੰਬਰ 1 ਜਿਹੜੀ ਹੈਗੀ ਆ ਦੈਟ ਇਜ਼ ਯੂਅਰ ਨੈਟਵਰਕ ਇੰਟਰਫੇਸ ਲੇਅਰ, ਔਰ ਯੂ ਕੈਨ ਸੇ ਦੈਟ ਹੋਸਟ ਟੂ ਨੈਟਵਰਕ ਲੇਅਰ। ਇਹ ਜਿਹੜੀ ਲੇਅਰ ਹੈਗੀ ਹੈ ਇਹਦਾ ਮੇਨ ਕੰਮ ਕੀ ਹੈਗਾ, ਕਨੈਕਟ ਦਾ ਹੋਸਟ ਟੂ ਦਾ ਨੈਟਵਰਕ, ਹੋਸਟ ਨੂੰ ਨੈਟਵਰਕ ਨਾਲ ਕਨੈਕਟ ਕਰਨ ਦਾ ਕੰਮ ਕਰਦੀ ਹੈਗੀ, ਸੋ ਦੈਟ ਇਟ ਕੈਨ ਪਲੇਸ IP ਪੈਕਟਸ ਔਨ ਦਾ ਨੈਟਵਰਕ, ਤਾਂ ਕਿ IP ਪੈਕਟਸ ਨੂੰ ਨੈਟਵਰਕ ਦੇ ਉੱਤੇ ਭੇਜਿਆ ਜਾ ਸਕੇ। ਹੁਣ ਅਗਰ ਆਪਾਂ ਗੱਲ ਕਰੀਏ ਇਸ ਮਾਡਲ ਦੀ ਸੈਕਿੰਡ ਲੇਅਰ ਦੀ, ਦੈਟ ਇਜ਼ ਕਾਲਡ ਯੂਅਰ ਇੰਟਰਨੈਟ ਲੇਅਰ। ਇਹ ਜਿਹੜੀ ਇੰਟਰਨੈਟ ਲੇਅਰ ਹੈਗੀ ਹੈ TCP/IP ਰੈਫਰੈਂਸ ਮਾਡਲ ਦੀ, ਜਿਸ ਤਰ੍ਹਾਂ ਆਪਣੀ OSI ਮਾਡਲ ਦੀ ਨੈਟਵਰਕ ਲੇਅਰ ਕੰਮ ਕਰਦੀ ਸੀ, ਆਲਮੋਸਟ ਇਹ ਉਸੇ ਤਰ੍ਹਾਂ ਹੀ ਕੰਮ ਕਰਨ ਦੇ ਵਿੱਚ ਹੈਲਪ ਕਰਦੀ ਹੈਗੀ ਹੈ। ਇੰਟਰਨੈਟ ਲੇਅਰ ਦੇ ਉੱਤੇ IP ਪ੍ਰੋਟੋਕੋਲ ਦੀ ਵਰਤੋਂ ਕੀਤੀ ਜਾਂਦੀ ਹੈ, ਯਾਨੀ ਕਿ ਇੰਟਰਨੈਟ ਪ੍ਰੋਟੋਕੋਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲੇਅਰ ਦੀ ਮੇਨ ਰਿਸਪੋਂਸੀਬਿਲਿਟੀ ਕੀ ਹੁੰਦੀ ਹੈ, ਇਹ ਜਿੰਨੇ ਵੀ IP ਪੈਕਟਸ ਹੁੰਦੇ ਨੇ ਉਹਨਾਂ ਨੂੰ ਡਿਲੀਵਰ ਕਰਨ ਦਾ ਕੰਮ ਕਰਦੀ ਹੈ, ਯਾਨੀ ਕਿ ਉਹਨਾਂ ਨੂੰ ਉਹਨਾਂ ਦੇ ਡੈਸਟੀਨੇਸ਼ਨ ਪੁਆਇੰਟ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈਗੀ ਹੈ। ਇਸ ਤੋਂ ਇਲਾਵਾ ਇਹ ਲੇਅਰ ਜਿਹੜੀ ਹੈਗੀ ਹੈ ਇਹ ਪੈਕਟਸ ਨੂੰ ਰੂਟਿੰਗ ਪ੍ਰੋਵਾਈਡ ਕਰਦੀ ਹੈਗੀ ਹੈ, ਮਤਲਬ ਤੁਸੀਂ ਜਿੰਨੇ ਵੀ ਪੈਕਟਸ ਹੈਗੇ ਨੇ ਉਹ ਕਿਹੜੇ ਰੂਟ ਦੇ ਉੱਤੇ ਭੇਜਣਾ ਚਾਹੁੰਦੇ ਹੋ, ਰੂਟਿੰਗ ਪ੍ਰੋਵਾਈਡ ਕਰਦੀ ਹੈਗੀ ਹੈ। ਇਸ ਤੋਂ ਇਲਾਵਾ ਕੰਜੈਸ਼ਨ ਕੰਟਰੋਲ ਵੀ ਕਰਦੀ ਹੈਗੀ। ਕੰਜੈਸ਼ਨ ਕੰਟਰੋਲ ਦੇ ਉੱਤੇ ਡਿਟੇਲ ਇੱਕ ਤੁਹਾਨੂੰ ਲੈਕਚਰ ਅੱਗੇ ਕੁਝ ਕੁ ਦਿਨਾਂ ਦੇ ਵਿੱਚ ਮਿਲ ਜਾਏਗਾ। ਨੈਕਸਟ ਇਜ਼ ਯੂਅਰ ਟਰਾਂਸਪੋਰਟ ਲੇਅਰ। ਟਰਾਂਸਪੋਰਟ ਲੇਅਰ ਇਜ਼ ਅ ਥਰਡ ਲੇਅਰ ਆਫ ਦਾ TCP/IP ਰੈਫਰੈਂਸ ਮਾਡਲ। ਇਹ ਜਿਹੜੀ ਲੇਅਰ ਹੈਗੀ ਹੈ ਇਹ ਇੰਟਰਨੈਟ ਲੇਅਰ ਤੋਂ ਉੱਪਰ ਆਉਂਦੀ ਹੈ ਅਤੇ ਐਪਲੀਕੇਸ਼ਨ ਲੇਅਰ ਤੋਂ ਨੀਚੇ ਆਉਂਦੀ ਹੈਗੀ ਹੈ। ਇਹਦਾ ਮੇਨ ਕੰਮ ਕੀ ਹੁੰਦਾ ਹੈਗਾ, ਦੋ ਪ੍ਰੋਸੈਸਿਸ ਨੂੰ ਸੋਰਸ ਤੋਂ ਡੈਸਟੀਨੇਸ਼ਨ ਤੱਕ ਕਨਵਰਟਸ ਕਰਨ ਦਾ ਕੰਮ ਇਹ ਜੋ ਹੈ ਕਰਦੀ ਹੈਗੀ ਹੈ। ਇਹ ਹੋਰ ਕੀ ਪ੍ਰੋਵਾਈਡ ਕਰਦੀ ਹੈਗੀ ਹੈ, ਕਨੈਕਸ਼ਨ ਓਰੀਐਂਟਡ ਅਤੇ ਕਨੈਕਸ਼ਨ ਲੈਸ ਸਰਵਿਸਿਜ਼ ਪ੍ਰੋਵਾਈਡ ਕਰਨ ਦਾ ਕੰਮ ਵੀ ਕਰਦੀ ਹੈਗੀ ਹੈ। ਜਿਹੜੀ ਟਰਾਂਸਪੋਰਟ ਲੇਅਰ ਹੈਗੀ ਹੈ ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਪ੍ਰੋਟੋਕੋਲਸ ਵਰਤੇ ਜਾਂਦੇ ਨੇ। ਪ੍ਰੋਟੋਕੋਲ ਮੀਨਸ ਸੈਟ ਆਫ ਰੂਲ ਐਂਡ ਰੈਗੂਲੇਸ਼ਨ। ਪਹਿਲਾ ਪ੍ਰੋਟੋਕੋਲ ਕਿਹੜਾ ਵਰਤਿਆ ਜਾਂਦਾ ਜੀ, TCP ਮਤਲਬ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਜੋ ਕਿ ਹੈਗਾ ਇੱਕ ਰਿਲਾਇਬਲ ਕਨੈਕਸ਼ਨ ਓਰੀਐਂਟਡ ਸਰਵਿਸਿਜ਼ ਸਾਨੂੰ ਪ੍ਰੋਵਾਈਡ ਕਰਦਾ ਹੈਗਾ। ਨੈਕਸਟ ਜਿਹੜਾ ਪ੍ਰੋਟੋਕੋਲ ਇਸ ਲੇਅਰ ਦੇ ਵਿੱਚ ਵਰਤਿਆ ਜਾਂਦਾ ਦੈਟ ਇਜ਼ ਕਾਲਡ ਯੂਅਰ UDP ਮੀਨਸ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ। ਇਹ ਅਨਰਿਲਾਇਬਲ ਕਨੈਕਸ਼ਨ ਲੈਸ ਸਰਵਿਸਿਜ਼ ਸਾਨੂੰ ਪ੍ਰੋਵਾਈਡ ਕਰਦਾ ਹੈਗਾ। ਹੁਣ ਅਗਰ ਆਪਾਂ ਗੱਲ ਕਰੀਏ TCP ਦੀ ਜਾਂ UDP ਦੇ ਵੀ ਕਿਹੜੇ ਫੰਕਸ਼ਨ ਪਰਫੋਰਮ ਕਰਨ ਦੇ ਵਿੱਚ ਹੈਲਪ ਕਰਦਾ, ਤਾਂ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਜਿਹੜਾ TCP ਪ੍ਰੋਟੋਕੋਲ ਹੈਗਾ ਇਹ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦੀਆਂ ਬਾਈਟ ਸਟਰੀਮਸ ਨੂੰ ਸੋਰਸ ਤੋਂ ਡੈਸਟੀਨੇਸ਼ਨ ਤੱਕ ਭੇਜਣਾ ਹੁੰਦਾ ਹੈਗਾ ਬਿਨਾਂ ਐਰਰਸ ਤੋਂ,
ਐਰਰਸ ਨੂੰ ਮਤਲਬ ਰਿਮੂਵ ਕਰਕੇ ਬਿਨਾਂ ਐਰਰਸ ਤੋਂ ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਬਾਈਟ ਸਟਰੀਮਸ ਨੂੰ ਪਹੁੰਚਾਉਣ ਦਾ ਕੰਮ ਕੌਣ ਕਰਦਾ ਹੈਗਾ? TCP ਪ੍ਰੋਟੋਕੋਲ। ਇਸ ਤੋਂ ਇਲਾਵਾ ਕੀ ਕਰਦਾ ਹੈਗਾ ਵੀ ਜਿੰਨਾ ਵੀ ਬਾਈਟ ਸਟਰੀਮਸ ਹੈਗੀਆਂ ਉਹਨਾਂ ਨੂੰ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕਰਕੇ ਜਾਂ ਫਰੈਗਮੈਂਟਸ ਨੂੰ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕਰਕੇ ਉਹਨਾਂ ਨੂੰ ਇੰਟਰਨੈਟ ਲੇਅਰ ਦੇ ਉੱਤੇ ਭੇਜਦਾ ਹੈਗਾ, ਜਿੱਧਰ ਸੈਂਡਿੰਗ ਸਾਈਡ ਹੁੰਦੀ ਹੈ ਸੈਂਡਰ ਸਾਈਡ ਵੱਲ ਭੇਜ ਦਿੰਦਾ ਹੈਗਾ। ਅਤੇ ਜਦੋਂ ਆਪਾਂ ਦੁਬਾਰਾ ਉਹਨਾਂ ਬਾਈਟ ਸਟਰੀਮਸ ਨੂੰ ਕੰਬਾਈਨ ਕਰਨਾ ਹੁੰਦਾ ਹੈ ਜਾਂ ਰੀਆਰਗਨਾਈਜ਼ ਕਰਨਾ ਹੁੰਦਾ ਹੈ ਜਾਂ ਰੀਅਸੈਂਬਲ ਤੁਸੀਂ ਕਹਿ ਸਕਦੇ ਹੋ ਕਰਨਾ ਹੁੰਦਾ ਹੈ, ਤਾਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਓਰੀਜਨਲ ਬਾਈਟਸ ਵਿੱਚ ਕਨਵਰਟ ਕਰਦਾ ਹੈਗਾ। ਕਿਹੜੇ ਐਂਡ ਦੇ ਉੱਤੇ? ਰਿਸੀਵਿੰਗ ਐਂਡ ਦੇ ਉੱਤੇ। ਮਤਲਬ ਸੈਂਡਰ ਐਂਡ ਦੇ ਉੱਤੇ ਤਾਂ ਉਹਨਾਂ ਨੂੰ ਕੀ ਕਰ ਦਿੰਦਾ? ਪਾਰਟਸ ਡਿਵਾਈਡ ਕਰ ਦਿੰਦਾ ਹੈ, ਅਤੇ ਰਿਸੀਵਿੰਗ ਐਂਡ ਦੇ ਉੱਤੇ ਕੀ ਕਰਦਾ ਹੈਗਾ? ਉਹਨਾਂ ਨੂੰ ਦੁਬਾਰਾ ਰੀਅਸੈਂਬਲ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ। ਅਗਰ ਆਪਾਂ ਗੱਲ ਕਰੀਏ UDP ਪ੍ਰੋਟੋਕੋਲ ਦੀ, then UDP is used for those applications that do not want to use TCP sequencing or flow control। ਹੁਣ ਨੈਕਸਟ ਤੁਹਾਡੇ ਕੋਲ ਜਿਹੜੀ ਲੇਅਰ ਹੈਗੀ ਹੈ that is called your application layer of the TCP IP reference model। ਅੱਛਾ, ਇਸ ਮਾਡਲ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਜਿਵੇਂ OSI ਮਾਡਲ ਦੇ ਵਿੱਚ ਕਾਫੀ ਹੋਰ ਲੇਅਰਸ ਵੀ ਵਰਤੀਆਂ ਜਾਂਦੀਆਂ ਸੀਗੀਆਂ, ਸੈਸ਼ਨ ਲੇਅਰ ਜਾਂ ਪ੍ਰੈਜੈਂਟੇਸ਼ਨ ਲੇਅਰ ਵਰਤੀਆਂ ਜਾਂਦੀਆਂ ਸੀਗੀਆਂ, ਬਟ ਇਸ ਜਿਹੜਾ ਇਹ ਵਾਲਾ TCP IP ਮਾਡਲ ਹੈ ਇਹਦੇ ਵਿੱਚ ਡਾਇਰੈਕਟ ਕਿਹੜੀ ਲੇਅਰ ਵਰਤੀ ਜਾਂਦੀ ਹੈਗੀ ਹੈ? ਐਪਲੀਕੇਸ਼ਨ ਲੇਅਰ ਵਰਤੀ ਜਾਂਦੀ ਹੈ। ਦਿਸ ਲੇਅਰ ਪ੍ਰੋਵਾਈਡ ਵੇਰੀਅਸ ਸਰਵਿਸਿਜ਼ ਟੂ ਡਿਫਰੈਂਟ ਯੂਜ਼ਰ ਐਪਲੀਕੇਸ਼ਨਸ। ਇਹ ਜਿਹੜੀ ਲੇਅਰ ਹੈਗੀ ਹੈ ਇਹਦੇ ਉੱਤੇ ਕਾਫੀ ਤਰ੍ਹਾਂ ਦੇ ਪ੍ਰੋਟੋਕੋਲਸ ਵੀ ਅਸੀਂ ਵਰਤਦੇ ਹਾਂ। ਪ੍ਰੋਟੋਕੋਲ ਮੀਨਸ ਰੂਲ ਐਂਡ ਰੈਗੂਲੇਸ਼ਨਸ, ਜਿਵੇਂ ਕਿ FTP ਪ੍ਰੋਟੋਕੋਲ ਵਰਤਿਆ ਜਾਂਦਾ ਹੈ। FTP ਪ੍ਰੋਟੋਕੋਲ ਮਤਲਬ ਫਾਈਲ ਟਰਾਂਸਫਰ ਪ੍ਰੋਟੋਕੋਲ। ਫਾਈਲ ਟਰਾਂਸਫਰ ਪ੍ਰੋਟੋਕੋਲ ਕਾਹਦੇ ਵਿੱਚ ਹੈਲਪ ਕਰਦਾ ਹੈਗਾ? ਟੂ ਟਰਾਂਸਫਰ ਆਫ ਫਾਈਲ ਫਰੋਮ ਵਨ ਸਿਸਟਮ ਟੂ ਅਨਦਰ ਸਿਸਟਮ। ਇੱਕ ਸਿਸਟਮ ਤੋਂ ਦੂਜੇ ਸਿਸਟਮ ਦੇ ਵਿੱਚ ਜਿਹੜੇ ਤੁਸੀਂ ਫਾਈਲ ਟਰਾਂਸਫਰ ਕਰਦੇ ਹੈਗੇ ਹੋ ਉਹਨਾਂ ਨੂੰ ਟਰਾਂਸਫਰ ਕਰਨ ਦੇ ਲਈ ਆਪਾਂ ਫਾਈਲ ਟਰਾਂਸਫਰ ਪ੍ਰੋਟੋਕੋਲ ਦੀ ਵਰਤੋਂ ਕਰਦੇ ਹਾਂ। ਇਸ ਤੋਂ ਬਾਅਦ SMTP ਵਰਤਿਆ ਜਾਂਦਾ ਹੈਗਾ, ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ, ਜੋ ਕਿ ਈਮੇਲਸ ਵਾਸਤੇ ਵਰਤਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਪ੍ਰੋਟੋਕੋਲਸ ਜੋ ਹੈਗੇ ਨੇ ਉਹ ਇਸ ਲੇਅਰ ਦੇ ਉੱਤੇ ਕੰਮ ਕਰਦੇ ਨੇ, ਜਿਵੇਂ ਕਿ ਡੋਮੇਨ ਨੇਮ ਸਿਸਟਮ ਜਾਂ ਤੁਸੀਂ ਕਹਿ ਸਕਦੇ HTTP। ਇਹ ਸਾਰੇ ਪ੍ਰੋਟੋਕੋਲਸ ਵੀ ਇਸ ਲੇਅਰ ਦੇ ਉੱਤੇ ਸਾਡਾ ਹੈਲਪ ਕਰਦੇ ਹੈਗੇ ਨੇ। ਨੈਕਸਟ ਇਜ਼ ਤੁਸੀਂ ਦੇਖ ਰਹੇ ਹੈਗੇ ਹੋ ਕਿ ਤੁਹਾਨੂੰ ਡਿਫਰੈਂਸ ਦਿਸ ਰਿਹਾ ਹੈਗਾ OSI ਮਾਡਲ ਅਤੇ TCP IP ਮਾਡਲ ਦੇ ਵਿੱਚ। OSI ਮਾਡਲ ਦੀਆਂ ਆਪਣੇ ਕੋਲ 7 ਲੇਅਰ ਸੀਗੀਆਂ, ਜਿਵੇਂ ਕਿ ਫਿਜ਼ੀਕਲ ਲੇਅਰ, ਡਾਟਾ ਲਿੰਕ ਲੇਅਰ, ਨੈਟਵਰਕ ਲੇਅਰ, ਟਰਾਂਸਪੋਰਟ ਲੇਅਰ, ਸੈਸ਼ਨ ਲੇਅਰ, ਪ੍ਰੈਜੈਂਟੇਸ਼ਨ ਲੇਅਰ, ਐਪਲੀਕੇਸ਼ਨ ਲੇਅਰ। ਬਾਕੀ TCP IP ਮਾਡਲ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਹਦੇ ਵਿੱਚ ਕੁਛ ਬੁੱਕਸ ਦੇ ਵਿੱਚ ਤਾਂ 4 ਲੇਅਰਸ ਹੈ ਅਤੇ ਕੁਛ ਦੇ ਵਿੱਚ ਇਹਨਾਂ ਦੀਆਂ 5 ਲੇਅਰਸ ਡਿਫਾਈਨ ਕੀਤੀਆਂ ਗਈਆਂ ਨੇ। TCP ਓਰੀਜਨਲ ਦੇ ਤੌਰ 'ਤੇ ਜਾਂ TCP ਤੁਸੀਂ ਕਹਿ ਸਕਦੇ ਹੋ ਅਪਡੇਟਡ ਦੇ ਤੌਰ 'ਤੇ ਵੀ ਇਹਨਾਂ ਨੂੰ ਡਿਫਾਈਨ ਕੀਤਾ ਜਾ ਸਕਦਾ ਹੈਗਾ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।